प्यारे बच्चों इलैक्ट्रोमैग्नेटिक इंडक्शन पार्ट 1 ਦੇ ਵਿੱਚ ਅਸੀਂ ਫੈਰਾਡੇ ਲਾਜ਼ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਜਿਹੜਾ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਜੇਕਰ ਅਸੀਂ ਇੰਡਿਊਸਡ ਕਰੰਟ ਪੈਦਾ ਕਰਨਾ ਹੈ ਤੇ ਸਾਨੂੰ ਜਿਹੜਾ ਹੈ ਮੈਗਨੈਟਿਕ ਫਲਕਸ ਨੂੰ ਚੇਂਜ ਕਰਨਾ ਪਏਗਾ। ਜਿੰਨਾ ਚਿਰ ਮੈਗਨੈਟਿਕ ਫਲਕਸ ਚੇਂਜ ਹੁੰਦਾ ਜਾਏਗਾ ਉਹਨਾਂ ਚਿਰ ਸਾਡੇ ਕੋਲ ਇੰਡਿਊਸਡ ਕਰੰਟ ਰਹੇਗਾ ਤੇ ਜਦੋਂ ਅਸੀਂ ਫਲਕਸ ਚੇਂਜ ਕਰਨਾ ਬੰਦ ਕਰ ਦਾਂਗੇ ਤੇ ਨਾਲ ਹੀ ਜਿਹੜਾ ਸਾਡੇ ਕੋਲ ਇੰਡਿਊਸਡ ਈਐਮਐਫ ਤੇ ਇੰਡਿਊਸਡ ਕਰੰਟ ਹੈ ਉਹ ਵੀ ਸਾਡੇ ਕੋਲ ਜਿਹੜਾ ਹੈ ਉਹ ਵੀ ਖਤਮ ਹੋ ਜਾਏਗਾ। ਇਸ ਤੋਂ ਬਾਅਦ ਅਸੀਂ ਆ ਵੀ ਡਿਸਕਸ ਕੀਤਾ ਕਿ ਜਿਹੜੀ ਇੰਡਿਊਸਡ ਈਐਮਐਫ ਹੈ ਉਹਦਾ ਮੈਗਨੀਟਿਊਡ ਡਿਪੈਂਡ ਕਰਦਾ ਹੈ ਕਿ ਹਾਊ ਫਾਸਟ ਯੂ ਚੇਂਜ ਦੀ ਮੈਗਨੈਟਿਕ ਫਲਕਸ, that is rate of change of magnetic flux ਦੇ ਉੱਪਰ ਜਿਹੜੀ ਹੈ ਸਾਡੀ induced EMF ਦੀ ਵੈਲਿਊ ਡਿਪੈਂਡ ਕਰਦੀ ਹੈ। ਜਿਸ ਫਾਸਟ ਰੇਟ ਦੇ ਨਾਲ ਅਸੀਂ ਮੈਗਨੈਟਿਕ ਫਲਕਸ ਚੇਂਜ ਕਰਾਂਗੇ ਉਨੀ ਜ਼ਿਆਦਾ ਸਾਡੇ ਕੋਲ ਜਿਹੜੀ ਹੈ induced EMF ਦੀ ਵੈਲਿਊ ਪ੍ਰੋਡਿਊਸ ਹੋਏਗੀ। ਇਹ ਦੋ ਲਾਸ ਜਿਹੜੇ ਨੇ ਅਸੀਂ ਕੱਲ ਦੇ ਲੈਕਚਰ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਆਪਾਂ ਸਟੱਡੀ ਕਰ ਚੁੱਕੇ ਹਾਂ। ਜਿਹੜਾ ਲਾਸਟ ਅਸੀਂ ਡਿਸਕਸ ਕਰ ਰਹੇ ਸੀ ਦੀ ਮੈਗਨੀਟਿਊਡ ਆਫ ਇੰਡਿਊਸਡ ਈਐਮਐਫ, ਮੈਗਨੀਟਿਊਡ ਆਫ ਇੰਡਿਊਸਡ ਈਐਮਐਫ ਉਹ ਕਿਹਦੇ ਇਕੁਅਲ ਹੈ? ਰੇਟ ਆਫ ਚੇਂਜ ਆਫ ਮੈਗਨੈਟਿਕ ਫਲਕਸ। ਇਹ ਫਾਰਮੂਲੇ ਨੂੰ ਬੋਲਦੇ ਹਾਂ ਅਸੀਂ ਫੈਰਾਡੇ ਸੈਕੰਡ ਲਾਅ। ਇਹ ਕੱਲ ਅਸੀਂ ਡਿਸਕਸ ਕਰ ਚੁੱਕੇ ਹਾਂ। ਟਾਈਮ ਦੇ ਅਕੋਰਡਿੰਗ ਫਲਕਸ ਦੇ ਵਿੱਚ ਕਿੰਨੀ ਚੇਂਜ ਆਉਂਦੀ ਹੈ, ਹਾਊ ਫਾਸਟ ਦਾ ਫਲਕਸ ਚੇਂਜਸ ਵਿਦ ਟਾਈਮ, ਉਹਦੇ ਅਕੋਰਡਿੰਗ ਸਾਡੀ ਇੰਡਿਊਸਡ ਈਐਮਐਫ ਦੀ ਜਿਹੜੀ ਵੈਲਿਊ ਹੈ ਉਹ ਪ੍ਰੋਡਿਊਸ ਹੋਏਗੀ। ਡਿਸਕਸ ਕਰਦੇ ਕਰਦੇ ਅਸੀਂ ਇੱਕ ਪੁਆਇੰਟ ਤੇ ਪਹੁੰਚੇ ਸੀ ਕਿ ਵਾਟ ਡਸ ਦਿਸ ਨੈਗੇਟਿਵ ਸਾਈਨ ਰਿਪਰੈਜ਼ੈਂਟ। ਇਹ ਨੈਗੇਟਿਵ ਸਾਈਨ ਸਾਨੂੰ ਕੀ ਰਿਪਰੈਜ਼ੈਂਟ ਕਰਦਾ ਹੈ? ਦਿਸ ਨੈਗੇਟਿਵ ਸਾਈਨ ਗਿਵਸ ਅਸ the direction of induced EMF in the coil। ਆ ਜਿਹੜਾ ਨੈਗੇਟਿਵ ਸਾਈਨ ਹੈ ਇਥੋਂ ਸਾਡੀ ਡਾਇਰੈਕਸ਼ਨ ਪਤਾ ਲੱਗੇਗੀ ਕਿ ਇੰਡਿਊਸਡ ਕਰੰਟ ਜਾਂ EMF ਉਹਦੀ ਡਾਇਰੈਕਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ। ਇਸ ਨੂੰ ਅੱਜ ਡਿਸਕਸ ਕਰਨ ਦੇ ਲਈ ਸਾਡੇ ਕੋਲ ਜਿਹੜਾ ਹੈ ਅੱਜ ਇੱਕ ਲਾਅ ਨਵਾਂ ਹੈ ਜਿਸ ਨੂੰ ਅਸੀਂ ਬੋਲਦੇ ਹਾਂ ਲੈਂਜ਼ਸ ਲਾਅ। ਅੱਜ ਅਸੀਂ ਡਿਸਕਸ ਕਰਾਂਗੇ ਵਾਟ ਇਜ਼ ਲੈਂਜ਼ਸ ਲਾਅ ਐਂਡ એનર્ਜੀ ਕੰਜ਼ਰਵੇਸ਼ਨ। ਜਿਹੜਾ ਲੈਂਜ਼ ਲਾਅ ਹੈ ਉਹ એનર્ਜੀ ਨੂੰ ਜਿਹੜਾ ਹੈ ਕੰਜ਼ਰਵ ਜਿਹੜਾ ਕਰਦਾ ਹੈ, ਕਹਿਣ ਦਾ ਮਤਲਬ ਇਟ ਇਜ਼ ਅਕੋਰਡੈਂਸ ਵਿਦ ਲਾਅ ਆਫ ਕੰਜ਼ਰਵੇਸ਼ਨ ਆਫ એનર્ਜੀ। ਨਾਓ ਇਸ ਲੈਂਜ਼ ਲਾਅ ਨੂੰ ਸਮਝਣ ਤੋਂ ਪਹਿਲਾਂ ਅਸੀਂ ਪਹਿਲਾਂ ਇਹਦੀ ਜਿਹੜੀ ਹੈ ਡੈਫੀਨੇਸ਼ਨ ਦੇਖਦੇ ਹਾਂ। ਵਾਟ ਡਸ ਦੀ ਲੈਂਜ਼ ਲਾਅ ਗਿਵਸ ਅਸ। ਪਹਿਲੀ ਗੱਲ ਤੇ ਤੁਹਾਨੂੰ ਪੁੱਛੇ ਕਿ ਲੈਂਜ਼ ਲਾਅ ਦਾ ਮੇਨ ਫਾਇਦਾ ਕੀ ਹੈ, ਤੁਸੀਂ ਇੰਨਾ ਹੀ ਕਹਿ ਦੇਣਾ ਕਿ ਇੱਥੋਂ ਅਸੀਂ ਡਾਇਰੈਕਸ਼ਨ ਲੱਭਣੀ ਹੁੰਦੀ ਹੈ। ਕਿਹਦੀ ਡਾਇਰੈਕਸ਼ਨ ਲੱਭਣੀ ਹੁੰਦੀ ਹੈ? ਇੰਡਿਊਸਡ ਕਰੰਟ ਦੀ। ਬੇਟਾ ਕਲੀਅਰ? ਲੈਂਜ਼ ਲਾਅ ਦੀ ਇੰਪੋਰਟੈਂਸ ਕੀ ਹੈ? ਇਟ ਗਿਵਸ ਅਸ ਦਾ ਡਾਇਰੈਕਸ਼ਨ ਆਫ ਇੰਡਿਊਸਡ ਈਐਮਐਫ। ਇਹ ਨੈਗੇਟਿਵ ਸਾਈਨ ਬਾਰੇ ਇੱਥੋਂ ਅਸੀਂ ਕਲੀਅਰ ਕਰਾਂਗੇ। ਨਾਓ ਡੈਫੀਨੇਸ਼ਨ, ਦੀ ਪੋਲੈਰਿਟੀ of induced current in coil is such that it opposes the cause which produces it। ਜਿਹੜਾ induced current ਹੈ ਇਹਦੀ ਡਾਇਰੈਕਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਹੜੀ ਚੀਜ਼ ਇਹਨੂੰ ਪੈਦਾ ਕਰਦੀ ਹੈ ਨਾ ਤੇ induced current ਉਹਨੂੰ ਹੀ ਅਪੋਜ਼ ਕਰੇਗਾ। ਜਿਹਦੇ ਕਰਕੇ ਇਹ ਪੈਦਾ ਹੋ ਰਿਹਾ ਹੈ ਉਹਨੂੰ ਇਹ ਕੀ ਕਰੇਗਾ? ਬਿਲਕੁਲ ਅਪੋਜ਼ ਕਰੇਗਾ। ਇਹਨੂੰ ਅਸੀਂ ਅੱਜ ਸਮਝਣ ਦੀ ਕੋਸ਼ਿਸ਼ ਕਰਨਾ ਹੈ ਕਿ ਇਹ ਸਟੇਟਮੈਂਟ ਦਾ ਮਤਲਬ ਕੀ ਹੈ ਕਿ ਇੰਡਿਊਸਡ ਈਐਮਐਫ ਦੀ ਡਾਇਰੈਕਸ਼ਨ ਇਜ਼ ਸੱਚ ਦੈਟ ਇਟ ਅਪੋਜ਼ਿਸ ਦਾ ਕਾਜ਼ ਮੈਨੇ ਕਾਰਨ, ਇਟ ਅਪੋਜ਼ਿਸ ਦਾ ਕਾਜ਼ ਵਿਚ ਇਜ਼ ਰਿਸਪੌਂਸਿਬਲ ਫॉर ਇਟਸ ਪ੍ਰੋਡਕਸ਼ਨ। ਜਿਹੜੀ ਚੀਜ਼ ਇਹਨੂੰ ਪੈਦਾ ਕਰ ਰਹੀ ਹੈ ਉਹਨੂੰ ਹੀ ਇਹ ਅਪੋਜ਼ ਕਰੇਗਾ। ਹੁਣ ਮੈਨੂੰ ਆ ਦੱਸੋ ਕਿ ਇੰਡਿਊਸਡ ਕਰੰਟ ਨੂੰ ਪੈਦਾ ਕੌਣ ਕਰਦਾ ਹੈ? ਚੇਂਜਿੰਗ ਮੈਗਨੈਟਿਕ ਫਲਕਸ। ਤੇ ਜਿਹੜਾ ਇੰਡਿਊਸਡ ਕਰੰਟ ਦੀ ਜਿਹੜੀ ਡਾਇਰੈਕਸ਼ਨ ਹੈ ਨਾ ਉਹ ਚੇਂਜਿੰਗ ਮੈਗਨੈਟਿਕ ਫਲਕਸ ਨੂੰ ਹੀ ਕੀ ਕਰਦੀ ਹੈ?
ਅਪੋਜ਼ ਕਰਦੀ ਹੈ। ਆਓ ਇਹਦੇ ਬਾਰੇ ਜਿਹੜਾ ਹੈ ਆਪਾਂ ਡਿਸਕਸ ਕਰਦੇ ਹਾਂ ਵਿਦ ਦਾ ਹੈਲਪ ਆਫ these two diagrams। now in the first diagram ਮੰਨ ਲਓ ਆ ਸਾਡੀ ਡਾਇਗਰਾਮ A ਹੈ। ਇਸ ਡਾਇਗਰਾਮ ਤੇ ਨੋਟ ਕਰੋ ਇਹ ਸਾਡੇ ਕੋਲ ਇੱਕ ਕੋਇਲ ਹੈ। this is a coil। ਇਹਦੇ ਵਿੱਚ ਵੈਸੇ ਕੋਈ ਕਰੰਟ ਨਹੀਂ ਹੈ, ਸਿੰਪਲ ਇੱਕ ਕੋਇਲ ਹੈ। this is a bar magnet, this is a north pole and second one is a south pole। ਥੱਲੇ ਸਾਡੇ ਕੋਲ ਕੋਇਲ ਹੈ, ਫੋਰ ਐਗਜ਼ਾਮਪਲ ਲਾਈਕ ਦਿਸ, ਆ ਸਾਡੇ ਕੋਲ ਕੋਇਲ ਹੈ ਤੇ ਆ ਸਾਡੇ ਕੋਲ ਹੈਗੀ ਆ ਮੈਗਨੇਟ, ਬਾਰ ਮੈਗਨੇਟ। ਜਦੋਂ ਅਸੀਂ ਬਾਰ ਮੈਗਨੇਟ ਦਾ ਨਾਰਥ ਪੋਲ ਕੋਇਲ ਦੇ ਲਾਗੇ ਲੈਣਾ ਸ਼ੁਰੂ ਕੀਤਾ, ਆ ਦੇਖੋ ਇਹ ਐਰੋ ਡਾਊਨਵਰਡ ਹੈ। ਡਾਊਨਵਰਡ ਦਾ ਮਤਲਬ ਹੈ ਕਿ ਅਸੀਂ ਕੋਇਲ ਦੇ ਲਾਗੇ ਬਾਰ ਮੈਗਨੇਟ ਲੈ ਕੇ ਆ ਰਹੇ ਹਾਂ। ਦੈਨ ਵਾਟ ਵਿਲ ਹੈਪਨ, ਕੀ ਹੋਏਗਾ? ਕੱਲ ਵੀ ਡਿਸਕਸ ਕੀਤਾ ਕਿ ਜਦੋਂ ਬਾਰ ਮੈਗਨੇਟ ਦਾ ਨਾਰਥ ਪੋਲ ਲਾਗੇ ਆ ਰਿਹਾ ਹੈ, ਇਹਦਾ ਮਤਲਬ ਮੈਗਨੈਟਿਕ ਫਲਕਸ ਜਿਹੜਾ ਚੇਂਜ ਹੋ ਰਿਹਾ ਹੈ। ਮੈਗਨੈਟਿਕ ਫਲਕਸ ਕੀ ਹੋ ਰਿਹਾ ਹੈ? ਚੇਂਜ। ਸੋਚੋ ਇੰਕਰੀਜ਼ ਕੇ ਡਿਕਰੀਜ਼, ਕੋਇਲ ਦੇ ਲਾਗੇ ਲਾਗੇ ਆ ਰਿਹਾ ਹੈ, ਇਹਦਾ ਮਤਲਬ ਮੈਗਨੈਟਿਕ ਫਲਕਸ ਜਿਹੜਾ ਹੈ ਇਟ ਵਿਲ ਇੰਕਰੀਜ਼। ਜਦੋਂ ਨਾਰਥ ਪੋਲ ਜਿਹੜੀ ਬਾਰ ਮੈਗਨੇਟ ਦਾ ਨਾਰਥ ਪੋਲ ਅਸੀਂ ਕੋਇਲ ਦੇ ਲਾਗੇ ਲਿਆਂਦਾ ਤੇ ਕੋਇਲ ਦੇ ਨਾਲ ਕੀ ਹੋਇਆ? ਮੈਗਨੈਟਿਕ ਫਲਕਸ ਵਧਣਾ ਸ਼ੁਰੂ ਹੋ ਗਿਆ। ਜੇ ਵਾਧਾ ਪਿਆ ਕਹਿਣ ਦਾ ਮਤਲਬ ਹੈ ਕਿ ਮੈਗਨੈਟਿਕ ਫਲਕਸ ਚੇਂਜ ਹੋ ਰਿਹਾ। ਜਦੋਂ ਮੈਗਨੈਟਿਕ ਫਲਕਸ ਚੇਂਜ ਹੋਇਆ, ਇਹਦੇ ਨਾਲ ਮੈਗਨੈਟਿਕ ਫਲਕਸ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਜਦੋਂ ਮੈਗਨੈਟਿਕ ਫਲਕਸ ਚੇਂਜ ਹੋਇਆ ਤੇ ਇਹਦੇ ਵਿੱਚ ਕੀ ਹੋਏਗਾ? ਇੰਡਿਊਸਡ ਕਰੰਟ ਪੈਦਾ ਹੋ ਜਾਏਗਾ, ਕਿਉਂਕਿ ਸਰਕਟ ਬਿਲਕੁਲ ਕਲੋਜ਼ ਹੈ। ਜਦੋਂ ਸਰਕਟ ਕਲੋਜ਼ ਹੋਵੇ ਉਦੋਂ ਇੰਡਿਊਸਡ ਕਰੰਟ ਸਾਡੇ ਕੋਲ ਜਿਹੜਾ ਵਿੱਚ ਉਹ ਪੈਦਾ ਹੋਏਗਾ। ਨਾਓ ਇਸ ਇੰਡਿਊਸਡ ਕਰੰਟ ਦੀ ਡਾਇਰੈਕਸ਼ਨ ਕਿਸ ਤਰ੍ਹਾਂ ਦੀ ਆਈ? ਇਹ ਸਾਰਾ ਬੇਟਾ ਐਕਸਪੈਰੀਮੈਂਟਲੀ ਦੇਖਿਆ ਗਿਆ। ਜਦੋਂ ਨਾਰਥ ਪੋਲ ਮੈਂ ਮੈਗਨੇਟ ਦਾ ਕੋਇਲ ਦੇ ਲਾਗੇ ਲਿਆਇਆ, ਹੋਇਆ ਕਿ ਇਹਦੇ ਅੰਦਰ ਮੈਗਨੈਟਿਕ ਫਲਕਸ ਇੰਕਰੀਜ਼ ਹੋਣ ਕਰਕੇ ਇਹਦੇ ਵਿੱਚ ਇੰਡਿਊਸਡ ਕਰੰਟ ਪੈਦਾ ਹੋ ਗਿਆ ਤੇ ਇਸ ਇੰਡਿਊਸਡ ਕਰੰਟ ਦੀ ਡਾਇਰੈਕਸ਼ਨ ਜਿਹੜਾ ਧਿਆਨ ਨਾਲ ਦੇਖੋ, ਇਹ ਸਾਡੇ ਕੋਲ ਆਈ ਐਂਟੀ ਕਲੌਕਵਾਈਜ਼। ਕਿਉਂਕਿ ਕਲੌਕਵਾਈਜ਼ ਇਸ ਤਰ੍ਹਾਂ ਹੁੰਦਾ ਹੈ, ਘੜੀ ਦੇ ਜਿੱਧਰ ਕੋ ਸੂਈਆਂ ਘੁੰਮਦੀਆਂ, ਸਾਡੇ ਕੋਲ ਜਿਹੜਾ ਕਰੰਟ ਫਲੋ ਹੋਣਾ ਸ਼ੁਰੂ ਹੋ ਗਿਆ ਐਂਟੀ ਕਲੌਕਵਾਈਜ਼। ਇਹ ਬੇਟਾ ਐਕਸਪੈਰੀਮੈਂਟਲੀ ਦੇਖਿਆ ਗਿਆ ਕਿ ਜਦੋਂ ਨਾਰਥ ਪੋਲ ਲਾਗੇ ਲਿਆਂਦਾ ਮੈਗਨੈਟਿਕ ਫਲਕਸ ਵਧਿਆ, ਇਹਦੇ ਵਿੱਚ ਕਰੰਟ ਫਲੋ ਹੋਣਾ ਸ਼ੁਰੂ ਹੋ ਗਿਆ ਐਂਟੀ ਕਲੌਕਵਾਈਜ਼। ਤੇ ਅਸੀਂ ਪਿਛਲੇ ਜਿਹੜੇ ਚੈਪਟਰਸ ਨੇ ਜਿਹੜੇ ਮੈਗਨੈਟਿਕ ਫੀਲਡ ਵਾਲਾ, ਉਹਦੇ 'ਚ ਅਸੀਂ ਡਿਸਕਸ ਕੀਤਾ ਸੀ ਕਿ ਸਾਡੇ ਕੋਲ ਕਰੰਟ ਜੇਕਰ ਐਂਟੀ ਕਲੌਕਵਾਈਜ਼ ਫਲੋ ਕਰੇ, ਉਹ ਵਾਲਾ ਜਿਹੜਾ ਕੋਇਲ ਦਾ ਫੇਸ ਹੁੰਦਾ ਹੈ ਉਹ ਨਾਰਥ ਪੋਲ ਵਾਂਗੂ ਬਿਹੇਵ ਕਰਦਾ ਹੈ। ਇਹ ਮੈਂ ਸਾਈਡ ਤੇ ਲਿਖਤਾ ਹੈ, ਇਹ ਨੋਟ ਕਰ ਲਓ। ਐਂਟੀ ਕਲੌਕਵਾਈਜ਼ ਕਰੰਟ ਫਲੋ ਕਰੇ, ਮੈਨੂੰ ਨਜ਼ਰ ਆ ਰਿਹਾ ਵੀ ਆ ਕੋਇਲ ਵਿੱਚ ਕਰੰਟ ਐਂਟੀ ਕਲੌਕਵਾਈਜ਼ ਹੈ। ਸਪੋਜ਼ ਆ ਫੇਸ ਹੈ ਕੋਇਲ ਦਾ, ਦੇਖੋ ਧਿਆਨ ਨਾਲ, ਮੈਨੂੰ ਨਜ਼ਰ ਆ ਰਿਹਾ, ਤੁਹਾਨੂੰ ਨਜ਼ਰ ਆ ਰਿਹਾ ਵੀ ਆ ਕਰੰਟ ਫਲੋ ਕਰ ਰਿਹਾ ਐਂਟੀ ਕਲੌਕਵਾਈਜ਼। ਜੇ ਆ ਐਂਟੀ ਕਲੌਕਵਾਈਜ਼ ਹੈ ਤੇ ਆਹ ਵਾਲਾ ਜਿਹੜਾ ਮੇਰਾ ਫੇਸ ਹੋਏਗਾ ਇਹ ਬੋਲਾਂਗੇ ਅਸੀਂ ਨਾਰਥ ਪੋਲ ਦਾ ਕੰਮ ਕਰੇਗਾ। ਜੇਕਰ ਕਰੰਟ ਐਂਟੀ ਕਲੌਕਵਾਈਜ਼ ਹੈ ਤਾਂ ਨਾਰਥ ਪੋਲ ਬਣ ਜਾਂਦਾ ਹੈ ਤੇ ਜੇਕਰ ਕਰੰਟ ਕਲੌਕਵਾਈਜ਼ ਹੋਵੇ ਤੇ ਉਹ ਸਾਡਾ ਜਿਹੜਾ ਫੇਸ ਹੈ ਕਾਹਦਾ ਕੰਮ ਕਰਦਾ ਹੈ? ਸਾਊਥ ਪੋਲ ਦਾ। ਹੁਣ ਤੁਸੀਂ ਇਹ ਯਾਦ ਰੱਖਣਾ ਹੈ, ਜਦੋਂ ਅਸੀਂ ਨਾਰਥ ਪੋਲ ਕੋਇਲ ਦੇ ਲਾਗੇ ਲੈ ਕੇ ਆਏ, ਮੈਗਨੈਟਿਕ ਫਲਕਸ ਇੰਕਰੀਜ਼ ਹੋਇਆ। ਇਸ ਇੰਕਰੀਜ਼ਿੰਗ ਮੈਗਨੈਟਿਕ ਫਲਕਸ ਕਰਕੇ ਇਹਦੇ ਵਿੱਚ ਜਿਹੜਾ ਹੈ ਕਰੰਟ ਕਿੱਧਰ ਨੂੰ ਆਇਆ? ਐਂਟੀ ਕਲੌਕਵਾਈਜ਼। ਆ ਦੇਖੋ ਐਂਟੀ ਕਲੌਕਵਾਈਜ਼ ਸ਼ੋ ਕੀਤਾ ਤੇ ਐਂਟੀ ਕਲੌਕਵਾਈਜ਼ ਕਰੰਟ ਹੋਣ ਕਰਕੇ that face of the coil it behaves as north pole। ਇਹ ਨਾਰਥ ਪੋਲ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ। ਆ ਮੇਰਾ ਨਾਰਥ ਪੋਲ ਆ ਰਿਹਾ ਲਾਗੇ, ਦੇਖੋ ਇਹ ਨਾਰਥ ਪੋਲ ਲਾਗੇ ਆ ਰਿਹਾ, ਇੱਥੇ ਕਰੰਟ ਜਿਹੜਾ ਮੇਰਾ ਐਂਟੀ ਕਲੌਕਵਾਈਜ਼ ਆ ਗਿਆ। ਇਹ ਮੇਰਾ ਜਿਹੜਾ ਫੇਸ ਹੈ ਨਾ ਉੱਪਰ ਵਾਲਾ, ਥੱਲੇ ਵਾਲਾ ਨਹੀਂ, ਉੱਪਰ ਵਾਲਾ ਜਿਹੜਾ ਮੇਰਾ ਫੇਸ ਹੈ ਇਟ ਬਿਕਮ ਨਾਰਥ ਪੋਲ। ਹੁਣ ਜਦੋਂ ਇਹ ਨਾਰਥ ਪੋਲ ਬਣ ਗਿਆ ਤੇ ਸਾਨੂੰ ਪਤਾ ਹੈ ਇਹ ਵੀ ਨਾਰਥ ਪੋਲ ਨੀਚੇ ਆ ਰਿਹਾ, ਮੈਗਨੇਟ ਦਾ ਕਿਹੜਾ ਪੋਲ ਆ ਰਿਹਾ ਨੀਚੇ? ਨਾਰਥ ਥੱਲੇ ਆ ਰਿਹਾ ਤੇ ਇਹਦੇ ਵਿੱਚ ਕਰੰਟ ਐਂਟੀ ਕਲੌਕਵਾਈਜ਼ ਹੋਣ ਕਰਕੇ ਇਹ ਵੀ ਫੇਸ ਕਿਹੜਾ ਬਣ ਗਿਆ? ਨਾਰਥ ਪੋਲ। ਤੇ ਨਾਰਥ ਪੋਲ ਨਾਰਥ ਆਫ ਦਾ ਮੈਗਨੇਟ ਨੂੰ ਕੀ ਕਰੇਗਾ? ਰਿਪੈਲ ਕਰੇਗਾ, ਕਿਉਂਕਿ ਸਿਮਿਲਰ ਪੋਲਸ ਜਿਹੜੇ ਨੇ ਉਹ ਰਿਪੈਲ ਕਰਦੇ ਨੇ।
ਇਹਦੇ ਵਿੱਚ ਕਰੰਟ ਐਂਟੀ ਕਲੌਕਵਾਈਜ਼ ਹੋਣ ਕਰਕੇ ਇਹ ਵਾਲਾ ਫੇਸ ਨਾਰਥ ਬਣ ਗਿਆ, ਜਿਹੜਾ ਸਾਡੇ ਨਾਰਥ ਪੋਲ ਨੂੰ ਰਿਪੈਲ ਕਰਨਾ ਸ਼ੁਰੂ ਕਰ ਦੇਗਾ। ਹਾਂਜੀ ਬੇਟਾ ਕਲੀਅਰ। ਹੁਣ ਸੋਚਣ ਵਾਲੀ ਗੱਲ ਹੈ, ਇਹ ਕਰੰਟ ਆਇਆ ਕਿੱਥੋਂ? ਬੇਟਾ ਆ ਕਰੰਟ ਨੂੰ ਪੈਦਾ ਕਰਨ ਵਾਲਾ ਕੌਣ ਹੈ? ਇਹਦੇ ਵਿੱਚ ਕਰੰਟ ਕਿੱਥੋਂ ਆਇਆ? ਇੱਥੋਂ ਮੈਗਨੈਟਿਕ ਫਲਕਸ ਵੱਧ ਰਿਹਾ ਸੀ। ਜਿਹੜਾ ਮੈਗਨੈਟਿਕ ਫਲਕਸ ਵੱਧ ਰਿਹਾ ਸੀ ਉਹਨੇ ਇਹ ਚ ਕਰੰਟ ਪੈਦਾ ਕੀਤਾ, ਤੇ ਉਹ ਕਰੰਟ ਦੀ ਦੇਖੋ ਡਾਇਰੈਕਸ਼ਨ ਆਈ ਐਂਟੀ ਕਲੌਕਵਾਈਜ਼, ਉਹ ਨਾਰਥ ਬਣ ਗਿਆ, ਤੇ ਸਾਡੇ ਇੰਕਰੀਜ਼ਿੰਗ ਫਲਕਸ ਨੂੰ ਕੀ ਕਰਦਾ ਹੈ? ਰਿਪੈਲ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹਦਾ ਮਤਲਬ ਸਾਨੂੰ ਰਿਪਲਸ਼ਨ ਫੇਸ ਹੋਏਗੀ। ਜਦੋਂ ਇਹ ਥੱਲੇ ਲੈ ਕੇ ਆਵਾਂਗੇ ਨਾ, ਯੂ ਵਿਲ ਫੀਲ ਸਮਵਨ ਇਜ਼ ਰਿਪੈਲਿੰਗ, ਕੋਈ ਚੀਜ਼ ਸਾਡੇ ਹੱਥ ਨੂੰ ਰਿਪੈਲ ਕਰ ਰਹੀ ਹੈ, ਸਾਡੀ ਮੈਗਨੇਟ ਨੂੰ ਰਿਪੈਲ ਕਰ ਰਹੀ ਹੈ। ਜਿਹੜੀ ਚੀਜ਼ ਇਹਨੂੰ ਪੈਦਾ ਕਰ ਰਹੀ ਹੈ ਉਹਦੀ ਡਾਇਰੈਕਸ਼ਨ ਦੇਖੋ ਇਸ ਤਰ੍ਹਾਂ ਪੈਦਾ ਹੋ ਗਈ ਐਂਟੀ ਕਲੌਕਵਾਈਜ਼, ਉਹ ਨਾਰਥ ਬਣ ਕੇ ਸਾਡੇ ਨਾਰਥ ਪੋਲ ਨੂੰ ਕੀ ਕਰਨਾ ਸ਼ੁਰੂ ਕਰਤਾ? ਰਿਪੈਲ ਕਰਨਾ ਸ਼ੁਰੂ ਕਰਤਾ। ਬੇਟਾ ਕਲੀਅਰ ਹੈ? ਉਹਦੇ ਅਗੇਂਸਟ ਪੈਦਾ ਹੋਏ। ਸਿਮਿਲਰਲੀ ਜਦੋਂ ਅਸੀਂ ਨਾਰਥ ਪੋਲ ਨੂੰ ਅਸੀਂ ਉੱਪਰ ਨੂੰ ਖੜਿਆ, ਸਾਨੂੰ ਪਤਾ ਜਦੋਂ ਨਾਰਥ ਲਾਗੇ ਖੜਿਆ ਇਹ ਨਾਰਥ ਬਣ ਜਾਂਦਾ ਤਾਂ ਸਾਨੂੰ ਰਿਪੈਲ ਕਰਦਾ, ਤੇ ਅਸੀਂ ਕਿਹਾ ਕੋਈ ਗੱਲ ਨਹੀਂ, ਜੇ ਰਿਪੈਲ ਕਰਦਾ ਅਸੀਂ ਵਾਪਸ ਚੱਲਦੇ ਹਾਂ। ਜਦੋਂ ਅਸੀਂ ਨਾਰਥ ਪੋਲ ਨੂੰ ਉੱਪਰ ਨੂੰ ਖੜਿਆ, ਹੁਣ ਸੋਚੋ ਮੈਗਨੈਟਿਕ ਫਲਕਸ ਇੰਕਰੀਜ਼ ਹੋਏਗਾ ਕਿ ਡਿਕਰੀਜ਼ ਹੋਏਗਾ? ਹੁਣ ਨਾਰਥ ਪੋਲ ਪਿਛਾਂਹ ਲੈ ਕੇ ਜਾ ਰਹੇ ਹਾਂ, ਜਦੋਂ ਮੈਗਨੇਟ ਨੂੰ ਦੂਰ ਲੈ ਕੇ ਜਾਓਗੇ ਮੈਗਨੈਟਿਕ ਫਲਕਸ ਕੀ ਹੋਇਆ? ਨਾਲ ਹੀ ਡਿਕਰੀਜ਼ ਹੋਣਾ ਸ਼ੁਰੂ ਹੋ ਗਿਆ। ਤੇ ਜਦੋਂ ਮੈਗਨੈਟਿਕ ਫਲਕਸ ਡਿਕਰੀਜ਼ ਹੋਇਆ, ਨਾਲ ਹੀ ਆ ਵਾਲੇ ਕਰੰਟ ਨੇ ਆਪਣੀ ਡਾਇਰੈਕਸ਼ਨ ਦੇਖੋ ਚੇਂਜ ਕਰ ਲਈ, ਇਟ ਬਿਕਮ ਕਲੌਕਵਾਈਜ਼। ਜਦੋਂ ਵੱਧਦਾ ਸੀ ਉਦੋਂ ਐਂਟੀ ਕਲੌਕਵਾਈਜ਼, ਤੇ ਇਹ ਨਾਰਥ ਬਣ ਜਾਂਦਾ ਹੈ ਤੇ ਸਾਡੇ ਨਾਰਥ ਨੂੰ ਰਿਪੈਲ ਕਰਦਾ ਹੈ। ਤੇ ਜਦੋਂ ਅਸੀਂ ਮੈਗਨੇਟ ਨੂੰ ਪਿਛਾਂਹ ਲੈ ਕੇ ਜਾਂਦੇ ਆ, ਨਾਲ ਹੀ ਮੈਗਨੈਟਿਕ ਫਲਕਸ ਡਿਕਰੀਜ਼ ਹੁੰਦਾ ਹੈ, ਤੇ ਉਸ ਤੋਂ ਬਾਅਦ ਇਹ ਵਾਲਾ ਜਿਹੜਾ ਕਰੰਟ ਦੀ ਡਾਇਰੈਕਸ਼ਨ ਆ ਜਾਂਦੀ ਹੈ ਕਲੌਕਵਾਈਜ਼, ਤੇ ਕਲੌਕਵਾਈਜ਼ ਕਿਹੜਾ ਬਣ ਜਾਂਦਾ ਪੋਲ? ਸਾਊਥ ਪੋਲ। ਸਾਊਥ ਪੋਲ ਬਣ ਗਿਆ। ਜਦੋਂ ਇਹ ਸਾਊਥ ਪੋਲ ਬਣ ਗਿਆ ਤੇ ਆ ਨਾਰਥ ਆ ਸਾਊਥ ਬਣ ਗਿਆ, ਤੇ ਇਹ ਸਾਡੀ ਮੈਗਨੇਟ ਨੂੰ ਕੀ ਕਰਦਾ ਹੈ? ਖਿੱਚਣਾ ਸ਼ੁਰੂ ਕਰ ਦਿੰਦਾ ਹੈ। ਕਹਿਣ ਦਾ ਮਤਲਬ ਦੋਨੋਂ ਕੇਸਿਸ ਦੇ ਵਿੱਚ ਕੀ ਹੋ ਰਿਹਾ? ਜੇ ਅਸੀਂ ਮੈਗਨੈਟਿਕ ਫਲਕਸ ਇੰਕਰੀਜ਼ ਕਰਨਾ ਚਾਹੁੰਦੇ ਆ ਤੇ ਇਹ ਰਿਪੈਲ ਕਰਦਾ ਹੈ, ਜੇ ਅਸੀਂ ਮੈਗਨੈਟਿਕ ਫਲਕਸ ਡਿਕਰੀਜ਼ ਕਰਦੇ ਆ ਤੇ ਇਹ ਸਾਨੂੰ ਕਹਿੰਦਾ ਨਹੀਂ ਡਿਕਰੀਜ਼ ਨਹੀਂ ਕਰਨਾ, ਅਟਰੈਕਟ ਕਰਕੇ ਕਹਿੰਦਾ ਇੰਕਰੀਜ਼ ਕਰੋ। ਜਦੋਂ ਇੰਕਰੀਜ਼ ਕਰਦੇ ਆ ਤਾਂ ਰਿਪਲਸ਼ਨ, ਤੇ ਜਦੋਂ ਅਸੀਂ ਡਿਕਰੀਜ਼ ਕਰਦੇ ਆ ਫਿਰ ਸਾਨੂੰ ਖਿੱਚਣਾ ਸ਼ੁਰੂ ਕਰ ਦਿੰਦਾ ਹੈ। ਕਹਿਣ ਦਾ ਮਤਲਬ ਡਾਇਰੈਕਸ਼ਨ ਇਹਦੀ ਇਸ ਤਰ੍ਹਾਂ ਦੀ ਹੈ ਕਿ ਜਿਹੜੀ ਚੀਜ਼ ਇਹਨੂੰ ਪੈਦਾ ਕਰਦੀ ਹੈ ਤੇ ਇੰਡਿਊਸਡ ਕਰੰਟ ਉਹਨੂੰ ਹੀ ਜਿਹੜਾ ਹੈ ਅਪੋਜ਼ ਕਰਦਾ ਹੈ। ਇਟ ਅਪੋਜ਼ਿਸ ਅ ਕਾਜ਼ ਵਿਚ ਪ੍ਰੋਡਿਊਸਿਸ ਇਟ। ਪੋਲੈਰਿਟੀ ਦਾ ਮਤਲਬ ਹੈ ਡਾਇਰੈਕਸ਼ਨ, ਕਲੌਕਵਾਈਜ਼ ਕੇ ਐਂਟੀ ਕਲੌਕਵਾਈਜ਼ ਉਹ ਕਿਸ ਤਰ੍ਹਾਂ ਦੀ ਆਏਗੀ, ਉਹ ਉਹਦੇ ਅਕੋਰਡਿੰਗ ਸਾਨੂੰ ਅਪੋਜ਼ ਕਰਦਾ ਹੈ। ਹਾਂਜੀ ਬੇਟਾ, ਆਈ ਥਿੰਕ ਕਿ ਤੁਹਾਨੂੰ ਆ ਚੀਜ਼ ਕਲੀਅਰ ਹੋ ਗਈ ਕਿ ਲੈਂਜ਼ਿਸ ਲਾਅ ਕਾਦੇ ਬਾਰੇ ਹੈ। ਲੈਂਜ਼ਿਸ ਲਾਅ ਦੀ ਆ ਹੈਗੀ ਆ ਡੈਫੀਨੇਸ਼ਨ, ਤੇ ਵੈਸੇ ਪੁੱਛੇ ਲੈਂਜ਼ਿਸ ਲਾਅ ਦਾ ਫਾਇਦਾ ਕੀ ਹੈ? ਤੁਸੀਂ ਕਹਿਣਾ ਕਿ ਜਿਹੜੀ ਇੰਡਿਊਸਡ EMF ਜਾਂ ਇੰਡਿਊਸਡ ਕਰੰਟ ਹੈ ਇਹਦੀ ਸਾਨੂੰ ਡਾਇਰੈਕਸ਼ਨ ਬਾਰੇ ਇਹ ਦੱਸਦਾ ਹੈ। ਕੌਣ ਦੱਸਦਾ ਹੈ? ਸਾਡਾ ਜਿਹੜਾ ਹੈ ਲੈਂਜ਼ਿਸ ਲਾਅ। ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਉਹ ਟੌਪਿਕ ਤੁਹਾਨੂੰ ਕਲੀਅਰ ਹੋ ਗਿਆ। ਨਾਓ ਇਸ ਤੋਂ ਬਾਅਦ ਸੋਚੀਏ ਕਿ ਇਹ ਕਰੰਟ ਆਂਦਾ ਕਿਸ ਤਰ੍ਹਾਂ। ਹੁਣ ਜਿਹੜਾ ਧਿਆਨ ਨਾਲ ਸੋਚਣਾ, ਇਹ ਕਰੰਟ ਆ ਕਿਉਂ ਜਾਂਦਾ ਹੈ? ਜਦੋਂ ਅਸੀਂ ਮੈਗਨੇਟ ਦਾ ਨਾਰਥ ਪੋਲ ਲਾਗੇ ਲੈ ਕੇ ਆਏ ਉਦੋਂ ਕੀ ਹੋਇਆ? ਜਦੋਂ ਮੈਗਨੇਟ ਦਾ ਨਾਰਥ ਪੋਲ ਅਸੀਂ ਕੋਇਲ ਦੇ ਲਾਗੇ ਲੈ ਕੇ ਆ ਰਹੇ ਹਾਂ, then what will happen? ਕੀ ਹੁੰਦਾ ਹੈ? ਫਲਕਸ increases। ਜਦੋਂ ਫਲਕਸ ਇੰਕਰੀਜ਼ ਹੋਇਆ ਅਸੀਂ ਕਹਾਂਗੇ ਫਲਕਸ ਸਾਡਾ ਚੇਂਜ ਹੋ ਗਿਆ। ਜਦੋਂ ਫਲਕਸ ਚੇਂਜ ਹੋ ਗਿਆ ਤੇ ਫੈਰਾਡੇ ਲਾਅ ਦੇ ਅਕੋਰਡਿੰਗ ਇੰਡਿਊਸਡ EMF ਤੇ ਇੰਡਿਊਸਡ ਕਰੰਟ ਸੈਟਅਪ ਹੋ ਗਿਆ। ਜਦੋਂ ਇੰਡਿਊਸਡ ਕਰੰਟ ਪੈਦਾ ਹੋਇਆ ਅਸੀਂ ਫਲਕਸ ਇੰਕਰੀਜ਼ ਕਰ ਰਹੇ ਹਾਂ, ਦਿਸ ਇਜ਼ ਦਾ ਇੰਕਰੀਜ਼ਿੰਗ ਫਲਕਸ। ਜਦੋਂ ਫਲਕਸ ਵਧ ਰਿਹਾ ਤੇ ਕਰੰਟ ਕਿਸ ਤਰ੍ਹਾਂ ਆਉਂਦਾ ਹੈ? ਉੱਪਰਲੇ ਫੇਸ 'ਚ ਐਂਟੀ ਕਲੌਕਵਾਈਜ਼। ਇਹ ਫੇਸ ਕੀ ਬਣ ਗਿਆ? ਨਾਰਥ ਪੋਲ। ਇਹਨੇ ਸਾਡੇ ਨਾਰਥ ਪੋਲ ਨੂੰ ਕੀ ਕੀਤਾ? ਰਿਪੈਲ ਕੀਤਾ। ਤੇ ਜਦੋਂ ਇਹਨੇ ਰਿਪੈਲ ਕਰਨਾ ਸ਼ੁਰੂ ਕੀਤਾ then we have to do work। ਸਾਨੂੰ ਜਿਹੜਾ ਹੈ ਵਰਕ ਕਰਨਾ ਪਏਗਾ, ਕਿਉਂਕਿ ਮੇਰੀ ਮੈਗਨੇਟ ਨੀਚੇ ਆ ਰਹੀ ਸੀ, ਇਹਦੇ 'ਚ ਕਰੰਟ ਪੈਦਾ ਹੋ ਗਿਆ
ਇਹਦੇ ਚ ਕਰੰਟ ਪੈਦਾ ਹੋ ਗਿਆ ਐਂਟੀ ਕਲੌਕਵਾਈਜ਼, ਐ ਫੇਸ ਕਿਹੜਾ ਬਣ ਗਿਆ ਨਾਰਥ ਪੋਲ, ਤੇ ਜਦੋਂ ਮੈਂ ਥੱਲੇ ਨੂੰ ਲੈ ਰਿਹਾ ਇਹਨੇ ਮੈਨੂੰ ਅਪੋਜ਼ ਕੀਤਾ, ਦੇਅਰਫੋਰ ਵੀ ਹੈਵ ਟੂ ਡੂ ਵਰਕ, ਸਾਨੂੰ ਵਰਕ ਕਰਨਾ ਪਏਗਾ ਅਗੇਂਸਟ ਰਿਪਲਸ਼ਨ, ਸਾਨੂੰ ਰਿਪਲਸ਼ਨ ਦੇ ਅਗੇਂਸਟ ਕੀ ਕਰਨਾ ਪਏਗਾ, ਵਰਕ ਕਰਨਾ ਪਏਗਾ। ਐਂਡ that work done will get stored in the coil in the form of energy, ਉਹ ਅੰਦਰ ਜਿਹੜੀ ਹੈ એનર્ਜੀ ਦੇ ਰੂਪ ਚ, EMF ਦੇ ਰੂਪ ਚ ਅੰਦਰ ਜਾ ਕੇ ਉਹ ਸਟੋਰ ਹੋ ਜਾਂਦੀ ਹੈ। ਹਾਂਜੀ ਬੇਟਾ ਕਲੀਅਰ ਕਿ ਇਹ ਕਰੰਟ ਆ ਕਿੱਥੋਂ ਗਿਆ, ਇਹ EMF ਕਿੱਥੋਂ ਆ ਗਈ, ਤੇ ਇਹ ਆਈ ਕਿੱਥੋਂ ਹੈ, ਸਾਨੂੰ ਜਿਹੜਾ ਵਰਕ ਕਰਨਾ ਪੈਂਦਾ ਹੈ ਅਗੇਂਸਟ ਰਿਪਲਸ਼ਨ। ਤੇ ਜੇ ਮੈਂ ਇਹਦੀ ਕੇਸ ਦੀ ਗੱਲ ਕਰਦਾ ਹਾਂ, ਹੁਣ ਮੈਂ ਨਾਰਥ ਪੋਲ ਪਿਛਾਂ ਨੂੰ ਖਿੱਚਦਾ ਤੇ ਕੀ ਹੋਇਆ, ਨਾਰਥ ਪੋਲ ਜਦੋਂ ਪਿੱਛੇ ਨੂੰ ਖਿੱਚੋਗੇ ਤੇ ਕੀ ਹੋਏਗਾ, ਫਲਕਸ ਡਿਕਰੀਜ਼। ਜਦੋਂ ਫਲਕਸ ਡਿਕਰੀਜ਼ ਹੋਇਆ ਨਾਲ ਹੀ ਕਰੰਟ ਦੀ ਡਾਇਰੈਕਸ਼ਨ ਕਿਹੜੀ ਬਣ ਗਈ, ਕਲੌਕਵਾਈਜ਼। ਇਹਨੇ ਕਲੌਕਵਾਈਜ਼ ਨੇ ਕੀ ਕੀਤਾ, ਸਾਡੇ ਨਾਰਥ ਪੋਲ ਨੂੰ ਅਟਰੈਕਟ ਕਰਨਾ ਸ਼ੁਰੂ ਕਰਤਾ। ਤੇ ਜਦੋਂ ਇਹਨੇ ਅਟਰੈਕਟ ਕੀਤਾ ਤੇ ਮੈਂ ਪਿਛਾਂ ਨੂੰ ਖਿੱਚਣਾ ਤੇ ਮੈਨੂੰ ਫਿਰ ਦੁਬਾਰਾ ਵਰਕ ਕਰਨਾ ਪਏਗਾ ਅਗੇਂਸਟ ਅਟਰੈਕਸ਼ਨ। ਕਹਿਣ ਦਾ ਮਤਲਬ ਦੋਨੋਂ ਕੇਸਿਸ ਦੇ ਵਿੱਚ ਵੀ ਹੈਵ ਟੂ ਡੂ ਵਰਕ, ਜਾਂ ਤੇ ਅਗੇਂਸਟ ਰਿਪਲਸ਼ਨ ਕਰਨਾ ਪਏਗਾ ਜਾਂ ਸਾਨੂੰ ਵਰਕ ਕਰਨਾ ਪਏਗਾ ਅਗੇਂਸਟ ਅਟਰੈਕਸ਼ਨ। ਐਂਡ that work done will get stored in the coil in the form of this electrical energy, ਇਹਦੇ ਅੰਦਰ ਜਾ ਕੇ ਉਹ ਇਲੈਕਟ੍ਰੀਕਲ એનર્ਜੀ ਦੇ ਰੂਪ 'ਚ ਜਿਹੜਾ ਹੈ ਉਹ ਸਟੋਰ ਹੋ ਜਾਂਦਾ ਹੈ। ਕਿਉਂਕਿ ਸਾਨੂੰ ਪਤਾ ਹੈ ਜਦੋਂ ਵੀ એનર્ਜੀ ਨਿਕਾਲਣੀ ਹੋਵੇ ਸਾਨੂੰ ਵਰਕ ਕਰਨਾ ਹੀ ਪੈਂਦਾ ਹੈ। ਇਹਦਾ ਮਤਲਬ ਲੈਂਜ਼ਸ ਲਾਅ ਕਿਹੜੇ ਲਾਅ ਨੂੰ ਓਬੇ ਕਰਦਾ ਹੈ, ਇਟ ਓਬੇ ਲਾਅ ਆਫ ਕੰਜ਼ਰਵੇਸ਼ਨ ਆਫ એનર્ਜੀ। ਹਾਂਜੀ ਬੇਟਾ ਕਲੀਅਰ। ਤੇ ਜੇ ਮੈਂ ਫਾਸਟ ਲੈ ਕੇ ਆਉਂਗਾ, ਆਪੇ ਸੋਚੋ, ਜੇ ਮੈਂ ਫਾਸਟ ਲੈ ਕੇ ਆਉਂਗਾ ਤੇ ਜਿਹੜਾ ਇਹਦੇ ਵਿੱਚ ਕਰੰਟ ਦੀ ਵੈਲਿਊ ਵੀ ਜ਼ਿਆਦਾ ਪੈਦਾ ਹੋਏਗੀ, ਇਹਦਾ ਨਾਰਥ ਪੋਲ ਸਟਰੋਂਗ ਬਣੇਗਾ ਤੇ ਇਹ ਸਾਡੇ ਨਾਰਥ ਪੋਲ ਨੂੰ ਜ਼ਿਆਦਾ ਰਿਪੈਲ ਕਰੇਗਾ ਤੇ ਮੈਨੂੰ ਜ਼ਿਆਦਾ ਜਿਹੜਾ ਹੈ ਉਹ ਵਰਕ ਕਰਨਾ ਪੈ ਸਕਦਾ ਹੈ। ਇਟ ਮੀਨਸ ਸਾਨੂੰ ਦੋਨੋਂ ਕੇਸਿਸ ਦੇ ਵਿੱਚ ਜਿਹੜਾ ਹੈ ਵਰਕ ਜਾਂ ਤੇ ਅਗੇਂਸਟ ਅਟਰੈਕਸ਼ਨ ਜਾਂ ਵਰਕ ਡਨ ਅਗੇਂਸਟ ਜਿਹੜਾ ਹੈ ਰਿਪਲਸ਼ਨ ਸਾਨੂੰ ਕਰਨਾ ਪਏਗਾ। ਫਿਰ ਜਿਹੜਾ ਹੈ ਉਹ ਵਰਕ ਡਨ ਕੀਤਾ ਕੋਇਲ ਦੇ ਵਿੱਚ ਜਿਹੜਾ ਹੈ એનર્ਜੀ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਸਟੋਰ ਹੋ ਜਾਂਦਾ ਹੈ। ਆਈ ਥਿੰਕ ਤੁਹਾਨੂੰ ਇਹ ਅੱਜ ਦਾ ਲੈਂਜ਼ ਲਾਅ ਟੌਪਿਕ ਜਿਹੜਾ ਹੈ ਉਹ ਕਲੀਅਰ ਹੋ ਗਿਆ ਕਿ ਵਾਟ ਇਜ਼ ਲੈਂਜ਼ ਲਾਅ। ਆਹ ਡੈਫੀਨੇਸ਼ਨ ਹੈ ਬੇਟਾ, ਇਹਨੂੰ ਤੁਸੀਂ ਜਿਹੜਾ ਹੈ ਕਾਪੀ ਦੇ ਉੱਤੇ ਨੋਟ ਕਰ ਲਓ। ਆਹ ਡਾਇਗਰਾਮਸ ਵੀ ਨੋਟ ਕਰਨੀਆਂ ਨੇ। ਆਹ ਤੁਹਾਡਾ ਫੈਰਾਡੇ ਲਾਜ਼ ਸੈਕੰਡ ਲਾਅ ਹੈ ਤੇ ਆਹ ਦੋ ਚੀਜ਼ਾਂ ਨੋਟ ਕਰੋ ਕਿ ਜੇ ਕਰੰਟ ਐਂਟੀ ਕਲੌਕਵਾਈਜ਼ ਨਜ਼ਰ ਆਉਂਦਾ ਹੈ ਤੇ ਨਾਰਥ ਪੋਲ, ਤੇ ਜੇ ਕਲੌਕਵਾਈਜ਼ ਨਜ਼ਰ ਆਉਂਦਾ ਹੈ ਤਾਂ ਸਾਡੇ ਕੋਲ ਜਿਹੜਾ ਹੈ ਉਹ ਸਾਊਥ ਪੋਲ ਜਿਹੜਾ ਹੈ ਉਹ ਬਣ ਜਾਂਦਾ। ਆਈ ਥਿੰਕ ਤੁਹਾਨੂੰ ਜਿਹੜਾ ਪਤਾ ਲੱਗ ਗਿਆ। ਬਸ ਇੱਕ ਗੱਲ ਯਾਦ ਰੱਖਣੀ ਹੈ ਕਿ ਜਦੋਂ ਵੀ ਕੋਈ ਡੈਫੀਨੇਸ਼ਨ ਲਿਖਣੀ ਹੈ ਫੈਰਾਡੇ ਲਾਅ ਦੀ, ਉਹਦੇ ਵਿੱਚ ਇੱਕ ਚੀਜ਼ ਨੋਟ ਕਰ ਲਓ ਕਿ ਇੱਕ ਵਰਡ ਜਿਹੜਾ ਹੈ ਉਹ ਜ਼ਰੂਰ ਆਏਗਾ। ਉਸ ਵਰਡ ਦਾ ਨਾਮ ਹੈ ਚੇਂਜਿੰਗ ਮੈਗਨੈਟਿਕ ਫਲਕਸ। ਚੇਂਜਿੰਗ ਮੈਗਨੈਟਿਕ ਫਲਕਸ ਤੋਂ ਬਿਨਾ ਜਿਹੜਾ ਹੈ ਅਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਜਿੰਨੀ ਦੇਰ ਤੱਕ ਫਲਕਸ ਚੇਂਜ ਨਹੀਂ ਹੋਏਗਾ ਉਨੀ ਦੇਰ ਤੱਕ ਸਾਡੀ ਇੰਡਿਊਸਡ ਕਰੰਟ ਜਾਂ EMF ਜਿਹੜੀ ਹੈ ਉਹ ਪੈਦਾ ਨਹੀਂ ਹੋ ਸਕਦੀ। ਤੇ ਇੱਕ ਕਿਹੜਾ ਲਾਅ ਹੈ ਜਿਹੜਾ ਸਾਨੂੰ ਇੰਡਿਊਸਡ ਕਰੰਟ ਦੀ ਡਾਇਰੈਕਸ਼ਨ ਦੱਸਦਾ ਹੈ, ਉਹ ਲਾਅ ਦਾ ਨਾਮ ਤੁਹਾਨੂੰ ਦੱਸਦਾ ਹੈ ਲੈਂਜ਼ਸ ਲਾਅ। ਇਸ ਤੋਂ ਇਲਾਵਾ ਸਾਡੇ ਕੋਲ ਇੱਕ ਫਲੇਮਿੰਗ ਰਾਈਟ ਹੈਂਡ ਰੂਲ ਵੀ ਹੈਗਾ ਬੇਟਾ। ਫਲੇਮਿੰਗ ਰਾਈਟ ਹੈਂਡ ਰੂਲ, ਇਹਦੇ ਅਕੋਰਡਿੰਗ ਵੀ ਅਸੀਂ ਇੰਡਿਊਸਡ ਕਰੰਟ ਜਾਂ EMF ਦੀ ਡਾਇਰੈਕਸ਼ਨ ਫਾਈਂਡ ਆਊਟ ਕਰਾਂਗੇ। ਹੁਣ ਯਾਦ ਰੱਖ ਲਓ ਦੋ ਲਾਜ਼, ਜਾਂ ਤੇ ਲੈਂਜ਼ ਲਾਅ ਦੇ ਅਕੋਰਡਿੰਗ ਡਾਇਰੈਕਸ਼ਨ ਦੱਸਣੀ ਹੈ ਇੰਡਿਊਸਡ ਕਰੰਟ ਦੀ EMF ਦੀ, ਜਾਂ ਫਲੇਮਿੰਗ ਰਾਈਟ ਹੈਂਡ ਰੂਲ। ਬੇਟਾ ਤੁਸੀਂ ਸੋਚੋਗੇ ਕਿ ਅੱਗੇ ਵੀ ਆਇਆ ਸੀ ਇਹ ਰੂਲ ਤੇ, ਪਰ ਬੇਟਾ ਉਹ ਸੀਗਾ ਫਲੇਮਿੰਗ ਲੈਫਟ ਹੈਂਡ ਰੂਲ। ਉਹ ਲੌਰੈਂਜ ਫੋਰਸ ਦੀ ਡਾਇਰੈਕਸ਼ਨ ਦੱਸਦਾ ਹੈ। ਅੱਜ ਕਿਹੜਾ ਆਏਗਾ ਫਲੇਮਿੰਗ ਰਾਈਟ ਹੈਂਡ ਰੂਲ। ਦੋਨਾਂ ਦਾ ਲੈਂਜ਼ ਲਾਅ, ਫਲੇਮਿੰਗ ਰਾਈਟ ਹੈਂਡ ਰੂਲ, ਦੋਨਾਂ ਦਾ ਕੰਮ ਇੰਡਿਊਸਡ ਕਰੰਟ ਦੀ EMF ਦੀ ਡਾਇਰੈਕਸ਼ਨ ਦੱਸਣਾ ਹੈ। ਤੇ ਉਹ ਰੂਲ ਮੈਂ ਉਦੋਂ ਦੱਸਾਂਗਾ ਜਦੋਂ ਇਹਦੀ ਲੋੜ ਪਏਗੀ। ਤੇ ਆਓ ਹੁਣ ਅਸੀਂ ਜਿਹੜਾ ਹੈ ਫਰਦਰ ਜਿਹੜਾ ਹੋਰ ਅਸੀਂ ਡਿਸਕਸ ਕਰਦੇ ਹਾਂ ਕਿ ਜਿਹੜਾ ਬੇਟਾ ਸਾਡੇ ਕੋਲ ਫਾਈ ਹੈ ਜਿਹਨੂੰ ਅਸੀਂ ਬੋਲਦੇ ਹਾਂ ਮੈਗਨੈਟਿਕ ਫਲਕਸ। ਮੈਗਨੈਟਿਕ ਫਲਕਸ ਦਾ ਜਿਹੜਾ ਫਾਰਮੂਲਾ ਹੈ ਸਾਡੇ ਕੋਲ BA cos θ। ਜਿਸ ਤਰ੍ਹਾਂ ਅਸੀਂ ਇਲੈਕਟ੍ਰਿਕ ਫਲਕਸ ਬਾਰੇ ਪੜਿਆ ਸੀ EA cos θ, ਉੱਥੇ ਭਾਵੇਂ ਤੁਸੀਂ S ਲਿਖਿਆ ਹੋਏਗਾ
ES cos θ ਗੌਸਿਸ ਥਿਊਰਮ ਦੇ ਵਿੱਚ ਅਸੀਂ ਪੜ੍ਹਦੇ ਹਾਂ ਇਲੈਕਟ੍ਰਿਕ ਫਲਕਸ ਜਿਹਨੂੰ ਅਸੀਂ E ਵੈਕਟਰ ਡਾਟ S ਵੈਕਟਰ ਲਿਖਦੇ ਹਾਂ। ਸਿਮਿਲਰਲੀ E ਦੀ ਜਗ੍ਹਾ ਤੇ ਸਿੰਪਲ ਸਾਡੇ ਕੋਲ ਕੀ ਆਏਗਾ B, ਇਲੈਕਟ੍ਰਿਕ ਫੀਲਡ ਦੀ ਜਗ੍ਹਾ ਤੇ ਸਾਡੇ ਕੋਲ ਮੈਗਨੈਟਿਕ ਫੀਲਡ ਆ ਗਿਆ। ਨਾਓ ਦਿਸ ਇਜ਼ ਅ ਫਾਰਮੂਲਾ ਫॉर ਮੈਗਨੈਟਿਕ ਫਲਕਸ ਤੇ ਆ ਜਿਹੜਾ ਥੀਟਾ ਐਂਗਲ ਹੈ ਇਹ ਸਾਨੂੰ ਪਤਾ ਹੀ ਹੈ, ਇਟ ਇਜ਼ ਐਂਗਲ ਬਿਟਵੀਨ ਏਰੀਆ ਵੈਕਟਰ ਐਂਡ ਮੈਗਨੈਟਿਕ ਫੀਲਡ। ਏਰੀਆ ਵੈਕਟਰ ਤੇ ਮੈਗਨੈਟਿਕ ਫੀਲਡ ਦੇ ਵਿੱਚ ਜਿਹੜਾ ਐਂਗਲ ਹੁੰਦਾ ਹੈ ਉਹਨੂੰ ਅਸੀਂ ਬੋਲਦੇ ਹਾਂ ਥੀਟਾ। ਦਿਸ ਇਜ਼ ਅ ਫਾਰਮੂਲਾ ਫॉर ਮੈਗਨੈਟਿਕ ਫਲਕਸ। ਹੁਣ ਕੁਐਸਚਨ ਹੈ ਕਿ E is equal to minus d phi by dt। ਸਾਨੂੰ ਪਤਾ ਹੈ ਕਿ ਇੰਡਿਊਸਡ EMF ਦਾ ਫਾਰਮੂਲਾ minus d phi by ਕਿੰਨਾ ਹੁੰਦਾ ਹੈ dt। ਜੇ ਅਸੀਂ ਫਲਕਸ ਚੇਂਜ ਕਰਾਂਗੇ, if we change flux ਤਾਂ ਸਾਡੇ ਕੋਲ ਕੀ ਪੈਦਾ ਹੋਏਗੀ EMF ਪੈਦਾ ਹੋਏਗੀ। ਇਹਨੂੰ ਚੇਂਜ ਕਰਾਂਗੇ ਟਾਈਮ ਦੇ ਅਕੋਰਡਿੰਗ ਫਰਕ ਪਵੇ, ਚੇਂजेस ਹੋਵੇ, ਫਿਰ ਇੰਡਿਊਸਡ EMF ਜਿਹੜੀ ਹੈ ਉਹ ਪੈਦਾ ਹੋਏਗੀ। ਇਹਦਾ ਮਤਲਬ ਹੈ ਚੇਂਜ ਕਿਹਨੂੰ ਚੇਂਜ ਕਰਨਾ ਪਏਗਾ, ਚੇਂਜ ਮੈਗਨੈਟਿਕ flux, we have to change magnetic flux, ਇਹਨੂੰ ਚੇਂਜ ਕਰਨਾ ਪਏਗਾ। ਹੁਣ ਮੈਗਨੈਟਿਕ ਫਲਕਸ ਨੂੰ ਚੇਂਜ ਕਰਨਾ ਹੈ ਤੇ ਮੈਗਨੈਟਿਕ ਫਲਕਸ ਤੇ ਆ ਫਾਰਮੂਲਾ ਲਿਖਿਆ। ਜੇ ਫਾਈ ਨੂੰ ਚੇਂਜ ਕਰਨਾ ਹੈ ਤੇ ਫਾਈ ਕਿਹੜੇ ਕਿਹੜੇ ਫੈਕਟਰ ਤੇ ਡਿਪੈਂਡ ਕਰਦਾ ਹੈ। ਇੱਕ ਤੇ ਫੈਕਟਰ ਹੈਗਾ ਤੁਹਾਡੇ ਕੋਲ ਮੈਗਨੈਟਿਕ ਫੀਲਡ ਦੀ ਸਟਰੈਂਥ ਤੇ ਡਿਪੈਂਡ ਕਰਦਾ ਹੈ। ਇੱਕ ਫੈਕਟਰ ਹੈ ਏਰੀਆ ਆਫ ਦੀ ਕੋਇਲ ਤੇ ਡਿਪੈਂਡ ਕਰਦਾ ਹੈ। ਇੱਕ ਫੈਕਟਰ ਹੈ ओरिएंटेशन ऑफ द कॉइल। ओरिएंटेशन ऑफ द कॉइल ਦੇ ਉੱਤੇ ਡਿਪੈਂਡ ਕਰਦਾ ਹੈ। ਨਾਓ ਆਓ ਇਸ ਨੂੰ ਡਿਸਕਸ ਕਰੀਏ। ਜਿੰਨਾ ਚਿਰ ਮੈਗਨੈਟਿਕ ਫਲਕਸ ਚੇਂਜ ਨਹੀਂ ਹੋਏਗਾ ਓਨੀ ਦੇਰ ਤੱਕ ਇੰਡਿਊਸਡ ਈਐਮਐਫ ਨਹੀਂ ਆਏਗੀ। ਇਹਦਾ ਮਤਲਬ ਸਾਨੂੰ ਕਿਸੇ ਨੇ ਕਿਹਾ ਵੀ ਮੈਨੂੰ ਇੰਡਿਊਸਡ ਈਐਮਐਫ ਚਾਹੀਦੀ ਹੈ, ਫਿਰ ਮੈਂ ਉਹਨੂੰ ਕੀ ਕਿਹਾ, ਕੀ ਸਲਾਹ ਦਿੱਤੀ ਕਿ ਜੇ ਇੰਡਿਊਸਡ ਈਐਮਐਫ ਚਾਹੀਦੀ ਹੈ ਤਾਂ ਮੈਗਨੈਟਿਕ ਫਲਕਸ ਚੇਂਜ ਕਰ ਲਾ। ਫਿਰ ਉਹਨੇ ਪੁੱਛਿਆ ਵੀ ਮੈਗਨੈਟਿਕ ਫਲਕਸ ਨੂੰ ਕਿਵੇਂ ਚੇਂਜ ਕਰਾਂ। ਫਿਰ ਮੈਂ ਉਹਨੂੰ ਕਿਹਾ ਵੀ ਤੈਨੂੰ ਮੈਗਨੈਟਿਕ ਫਲਕਸ ਦਾ ਫਾਰਮੂਲਾ ਪਤਾ ਹੈ। ਉਹਨੇ ਕਿਹਾ ਹਾਂਜੀ ਮੈਨੂੰ ਮੈਗਨੈਟਿਕ ਫਲਕਸ ਦਾ ਫਾਰਮੂਲਾ ਪਤਾ ਹੈ, BA cos θ। ਫਿਰ ਮੈਂ ਆਪਣੇ ਆਪ ਦੱਸਿਆ ਉਹਨੂੰ ਵੀ ਜੇ ਤੈਨੂੰ ਫਾਰਮੂਲਾ ਪਤਾ ਹੈ ਤੇ ਤੂੰ ਫਾਈ ਚੇਂਜ ਕਰਨਾ ਹੈ, ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਇੱਕ ਚੇਂਜ ਕਰ ਦੇ। ਫਰਜ਼ ਕਰੋ ਮੈਂ B ਚੇਂਜ ਕਰ ਦੇਣਾ, ਮੈਗਨੈਟਿਕ ਫੀਲਡ ਮੈਂ ਬਾਹਰੋਂ ਸਟਰੋਂਗ ਕਰਤਾ। ਮੈਗਨੈਟਿਕ ਫੀਲਡ ਜਿਹੜਾ ਹੈ ਸਟਰੋਂਗ ਕਰ ਦੇਣਾ। ਸਟਰੋਂਗ ਦਾ ਮਤਲਬ ਜਿਸ ਤਰ੍ਹਾਂ ਆ ਮੈਗਨੇਟ ਸੀ, ਮੈਂ ਇਹਦੇ ਲਾਗੇ ਲੈਣਾ ਸ਼ੁਰੂ ਕਰਤਾ। ਜਦੋਂ ਮੈਗਨੇਟ ਲਾਗੇ ਲੈਣੀ ਸ਼ੁਰੂ ਕਰਤੀ ਕੋਇਲ ਦੇ ਤੇ ਮੈਗਨੈਟਿਕ ਫੀਲਡ ਜਿਹੜਾ ਹੈ ਉਹਦੀ ਸਟਰੈਂਥ ਵਧਣੀ ਸ਼ੁਰੂ ਹੋ ਗਈ। ਜੇ ਦੂਰ ਕਰਦਾ ਤੇ ਮੈਗਨੈਟਿਕ ਫੀਲਡ ਜਿਹੜਾ ਹੈ ਉਹ ਵੀਕ ਹੁੰਦਾ ਜਾਂਦਾ ਹੈ। ਇਹਦਾ ਮਤਲਬ ਜੇ ਫਾਈ ਚੇਂਜ ਕਰਨਾ ਹੈ ਤੇ ਅਸੀਂ ਨੰਬਰ 1 ਕਿਹਨੂੰ ਚੇਂਜ ਕਰ ਸਕਦੇ ਹਾਂ, ਮੈਗਨੈਟਿਕ ਫੀਲਡ ਨੂੰ ਚੇਂਜ ਕਰ ਸਕਦੇ ਹਾਂ। ਇਹਦਾ ਮਤਲਬ E ਨੂੰ ਪੈਦਾ ਕਰਨ ਵਾਸਤੇ ਸਾਨੂੰ ਫਾਈ ਨੂੰ ਚੇਂਜ ਕਰਨਾ ਪਏਗਾ ਤੇ ਫਾਈ ਤਾਂ ਚੇਂਜ ਹੋਏਗਾ, ਫਾਈ ਚੇਂजेस if number 1 ਮੈਗਨੈਟਿਕ ਫੀਲਡ ਜਿਹੜੀ ਹੈ ਸਟਰੈਂਥ ਉਹਨੂੰ ਅਸੀਂ ਕੀ ਕਰੀਏ, ਚੇਂਜ ਕਰੀਏ, ਜਾਂ ਤੇ ਮੈਗਨੈਟਿਕ ਫੀਲਡ ਦੀ ਸਟਰੈਂਥ ਨੂੰ ਅਸੀਂ ਜਿਹੜਾ ਹੈ ਉਹਨੂੰ ਆਪਾਂ ਚੇਂਜ ਕਰ ਦਾਂਗੇ। ਬੇਟਾ ਕਲੀਅਰ? ਹਾਊ ਟੂ ਚੇਂਜ? ਬ੍ਰਿੰਗ ਦਾ ਮੈਗਨੇਟ ਨੀਅਰ ਦਾ ਕੋਇਲ, ਲਾਗੇ ਲੈ ਕੇ ਆਓ, ਮੈਗਨੈਟਿਕ ਫੀਲਡ ਵੱਧ ਗਿਆ। ਟੇਕ ਦਾ ਮੈਗਨੇਟ ਅਵੇ ਫਰੋਮ ਦਾ ਕੋਇਲ, ਦੂਰ ਲੈ ਜਾਓ ਤਾਂ ਵੀ ਮੈਗਨੈਟਿਕ ਫੀਲਡ ਚੇਂਜ ਹੋ ਗਿਆ, ਜਾਂ ਵੱਧ ਗਿਆ ਜਾਂ ਘਟ ਗਿਆ। ਜੇ B ਚੇਂਜ ਹੋ ਗਿਆ ਤੇ ਫਾਈ ਚੇਂਜ ਹੋ ਗਿਆ, ਤੇ ਜੇ ਫਾਈ ਚੇਂਜ ਹੋ ਗਿਆ ਤੇ ਇੰਡਿਊਸਡ ਈਐਮਐਫ ਜਿਹੜੀ ਹੈ ਉਹ ਪੈਦਾ ਹੋ ਸਕਦੀ ਹੈ। ਹਾਂਜੀ ਬੇਟਾ ਕਲੀਅਰ? ਦੂਸਰਾ, ਏਰੀਆ ਆਫ ਦੀ ਕੋਇਲ ਲਿੰਕਡ ਵਿਦ ਦਾ ਮੈਗਨੈਟਿਕ ਫੀਲਡ ਨੂੰ ਅਸੀਂ ਚੇਂਜ ਕਰਾਂਗੇ। ਇਹ ਬਹੁਤ ਹੀ ਇੰਪੋਰਟੈਂਟ ਹੈ ਤੇ ਇਹਦੇ ਰਿਲੇਟਡ ਜਿਹੜਾ ਹੈ ਮੈਂ ਨੈਕਸਟ ਲੈਕਚਰ ਦੇ ਵਿੱਚ ਇੱਕ ਆਰਟੀਕਲ ਵੀ ਕਰਵਾਉਣਾ ਹੈ ਕਿ ਏਰੀਆ ਚੇਂਜ ਕਰਕੇ ਕਿਸ ਤਰ੍ਹਾਂ ਇੰਡਿਊਸਡ ਈਐਮਐਫ ਪੈਦਾ ਹੋ ਸਕਦੀ ਹੈ ਬਾਈ ਚੇਂਜਿੰਗ ਦਾ ਏਰੀਆ ਆਫ ਦੀ ਕੋਇਲ। ਦੂਜਾ ਪੁਆਇੰਟ, ਬਾਈ ਚੇਂਜਿੰਗ, ਬੇਟਾ ਮੈਂ ਜਿਹੜੀ ਚੀਜ਼ ਦੱਸ ਰਿਹਾ
ਇਹ ਫਾਈ ਨੂੰ ਚੇਂਜ ਕਰਨ ਦੇ ਤਰੀਕੇ ਦੱਸ ਰਿਹਾ ਬਾय ਚੇਂਜਿੰਗ ਏਰੀਆ ਆਫ ਦੀ ਕੋਇਲ ਲਿੰਕਡ ਵਿਦ ਦਾ ਮੈਗਨੈਟਿਕ ਫੀਲਡ। ਏਰੀਆ ਅਸੀਂ ਚੇਂਜ ਕਰ ਦਾਂਗੇ। ਜੇ ਏਰੀਆ ਚੇਂਜ ਹੋ ਗਿਆ ਸਾਡਾ ਫਾਈ ਚੇਂਜ ਹੋ ਗਿਆ, ਤੇ ਜੇ ਫਾਈ ਚੇਂਜ ਹੋ ਗਿਆ ਤੇ ਅਸੀਂ ਇੰਡਿਊਸਡ ਈਐਮਐਫ ਪੈਦਾ ਕਰ ਸਕਦੇ ਹਾਂ। ਤੇ ਤੀਸਰਾ ਥੀਟਾ। ਥੀਟੇ ਦਾ मतलब ਹੈ ਐਂਗਲ। ਐਂਗਲ ਕਿਸ ਤਰ੍ਹਾਂ, ਸਪੋਜ਼ ਇਹ ਮੰਨ ਲਓ ਸਾਡੇ ਕੋਲ ਇੱਕ ਕੋਆਇਲ ਹੈ, ਰੈਕਟੈਂਗੂਲਰ ਸ਼ੇਪਡ ਕੋਆਇਲ ਹੈ। ਇਹਦੇ ਉੱਤੇ ਅਸੀਂ ਆ ਨਾਰਮਲ ਡਰਾ ਕਰਤਾ, ਦਿਸ ਇਜ਼ ਅ ਨਾਰਮਲ। ਆ ਕੋਆਇਲ ਹੈ, ਇਹਦੇ ਉੱਤੇ ਮੈਂ ਨਾਰਮਲ ਡਰਾ ਕਰਤਾ, ਤੇ ਮੇਰਾ ਜਿਹੜਾ ਮੈਗਨੈਟਿਕ ਫੀਲਡ ਹੈ ਸਪੋਜ਼ is along this side, this is the area vector। ਇਹ ਕੋਆਇਲ, ਇਹ ਏਰੀਆ ਡਰਾ ਕੀਤਾ, ਏਰੀਆ ਵੈਕਟਰ, ਐਂਡ ਦਿਸ ਜਿਹੜਾ ਰੈੱਡ ਪੈਨ ਆਪਾਂ ਸ਼ੋ ਕਰ ਰਹੇ ਹਾਂ ਇਹ ਸਾਡੇ ਕੋਲ ਕੀ ਹੈਗਾ, ਮੈਗਨੈਟਿਕ ਫੀਲਡ, ਐਂਡ ਦਿਸ ਇਜ਼ ਦਾ ਐਂਗਲ ਥੀਟਾ। ਆਹ ਵਾਲਾ ਐਂਗਲ ਆ ਜਾ ਕੋਆਇਲ, ਏਰੀਆ ਵੈਕਟਰ, ਮੈਗਨੈਟਿਕ ਫੀਲਡ, ਆਹ ਐਂਗਲ ਥੀਟਾ। ਤੇ ਜੇ ਮੈਂ ਮੈਗਨੈਟ ਕੋਆਇਲ ਦੀ ਰੋਟੇਸ਼ਨ ਕਰ ਦਵਾਂ, ਕੋਆਇਲ ਨੂੰ ਜਿਹੜਾ ਥੋੜਾ ਜਿਹਾ ਮੋੜ ਦਵਾਂ, ਮੈਗਨੈਟਿਕ ਫੀਲਡ ਉਸੇ ਡਾਇਰੈਕਸ਼ਨ ਚ ਰਵੇ, ਫਿਰ ਕੀ ਹੋਏਗਾ, ਮੈਗਨੈਟਿਕ ਫੀਲਡ ਇੱਧਰ ਹੀ ਹੈ ਪਰ ਕੋਆਇਲ ਨੂੰ ਅਸੀਂ ਇੱਧਰ ਕਰਤਾ ਤੇ ਆਟੋਮੈਟਿਕਲੀ ਆ ਐਂਗਲ ਕੀ ਹੋ ਜਾਏਗਾ, ਸਾਡਾ ਚੇਂਜ ਹੋ ਜਾਏਗਾ। ਇਹਨੂੰ ਬੋਲਦੇ ਆ ਓਰੀਐਂਟੇਸ਼ਨ। ਕੋਆਇਲ ਨੂੰ ਅਸੀਂ ਘੁਮਾਣਾ ਹੈ, ਰੋਟੇਟ ਕਰੋ। ਜਦੋਂ ਪਹਿਲਾਂ ਮੰਨ ਲਓ ਮੈਗਨੈਟਿਕ ਫੀਲਡ ਮੇਰਾ ਇੱਕੋ ਡਾਇਰੈਕਸ਼ਨ 'ਚ ਹੈ, ਅਲੋਂਗ ਦਿਸ ਸਾਈਡ, ਮੈਗਨੈਟਿਕ ਫੀਲਡ ਲੱਗਾ ਇੱਧਰ, ਤੇ ਜਦੋਂ ਕੋਆਇਲ ਇੱਥੇ ਸੀ ਤੇ ਨਾਰਮਲ ਇੱਧਰ ਆਏਗਾ। ਜਦੋਂ ਕੋਆਇਲ ਐਨੂੰ ਕਰੋਗੇ ਤੇ ਮੈਗਨੈਟਿਕ ਫੀਲਡ ਉਧਰ ਹੀ ਹੈ, ਨਾਰਮਲ ਚੇਂਜ ਹੋਏਗਾ ਤੇ ਥੀਟਾ ਚੇਂਜ ਹੋਏਗਾ। ਇਹਦੇ ਨਾਲ ਜਿਹੜਾ ਹੈ ਅਸੀਂ cos ਥੀਟਾ ਵੈਲਿਊ ਚੇਂਜ ਹੋਏਗੀ ਤੇ ਫਾਈ ਚੇਂਜ ਹੋਏਗਾ। ਫਾਈ ਚੇਂਜ ਹੋਣ ਦੇ ਨਾਲ ਅਸੀਂ ਇੰਡਿਊਸਡ ਈਐਮਐਫ ਨੂੰ ਚੇਂਜ ਕਰ ਸਕਦੇ ਹਾਂ। ਆਈ ਥਿੰਕ ਇਹ ਤੁਹਾਨੂੰ ਕਲੀਅਰ ਹੋ ਗਿਆ। ਇਹਦਾ ਮਤਲਬ E ਨੂੰ ਪੈਦਾ ਕਰਨਾ, ਫਾਈ ਨੂੰ ਚੇਂਜ ਕਰੋ। ਫਾਈ ਨੂੰ ਚੇਂਜ ਕਰਨ ਦੇ ਕਿੰਨੇ ਤਰੀਕੇ, 3 ਤਰੀਕੇ। ਜਾਂ ਤੇ ਮੈਗਨੈਟਿਕ ਫੀਲਡ ਦੀ ਸਟਰੈਂਥ ਚੇਂਜ ਕਰੋ, ਜਾਂ ਏਰੀਆ ਆਫ ਦਾ ਕੋਆਇਲ ਲਿੰਕਡ ਵਿਦ ਮੈਗਨੈਟਿਕ ਫੀਲਡ ਉਹ ਚੇਂਜ ਕਰੋ, ਤੇ ਜਾਂ ਅਸੀਂ ਚੇਂਜ ਕਰਾਂਗੇ ਓਰੀਐਂਟੇਸ਼ਨ। ਓਰੀਐਂਟੇਸ਼ਨ ਦਾ ਮਤਲਬ ਹੈ ਕੋਆਇਲ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਜਿਹੜਾ ਰੋਟੇਟ ਕਰੋ। ਰੋਟੇਸ਼ਨ ਦੇ ਨਾਲ ਕੀ ਹੋਏਗਾ, ਨਾਰਮਲ ਜਿਹੜਾ ਹੈ ਕੋਆਇਲ ਦਾ ਜਿਹੜਾ ਉੱਤੇ ਏਰੀਆ ਵੈਕਟਰ ਉਹਦੀ ਡਾਇਰੈਕਸ਼ਨ ਚੇਂਜ ਹੋਏਗੀ, ਤੇ ਉਹਦੇ ਨਾਲ ਮੈਗਨੈਟਿਕ ਫੀਲਡ ਦਾ ਐਂਗਲ ਚੇਂਜ ਹੋਏਗਾ। ਉਹਦੇ ਨਾਲ ਜਿਹੜਾ ਹੈ ਸਾਡਾ cos ਦੀ ਵੈਲਿਊ ਚੇਂਜ ਹੋਏਗੀ, ਤੇ ਨਾਲ ਹੀ ਸਾਡਾ ਜਿਹੜਾ ਹੈ ਉਹ ਫਾਈ ਜਿਹੜਾ ਹੈ ਉਹ ਚੇਂਜ ਹੋ ਜਾਏਗਾ। ਨਾਓ ਨੈਕਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਨਾ ਹੈ ਕਿ ਏਰੀਆ ਚੇਂਜ ਕਰਕੇ ਅਸੀਂ ਕਿਸ ਤਰ੍ਹਾਂ ਇੰਡਿਊਸਡ ਈਐਮਐਫ ਜਿਹੜੀ ਹੈ ਉਹ ਆਪਾਂ ਪੈਦਾ ਕਰਨੀ ਹੈ। ਥੈਂਕ ਯੂ।